हम संतन की रेन प्यारे, हम संतन की शरणा, संत हमारी ओट सुतानी। संत हमारा गहना, संतन श्याम मेरी, संतन श्याम मेरी लेवा देवी, 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 संतन श्याम मेरी लेवा देवी। संतन श्याम व्यवहारा, संतन श्याम व्यवहारा, संतन श्याम व्यवहारा, संतन श्याम व्यवहारा, संतन श्याम व्यवहारा,
ਵਾਹਿਗੁਰੂ
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਗੁਰੂ ਖਾਲਸਾ ਸਤ ਸੰਗੀ ਜਨੋ ਸਤਿਗੁਰੂ ਨੇ ਮਹਾਨ ਕਿਰਪਾ ਕੀਤੀ ਹੈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਪ ਸਥਾਨ ਸੰਤ ਬਾਬਾ ਲਾਭ ਸਿੰਘ ਜੀਆਂ ਦੇ ਪਾਵਨ ਇਸ ਅਸਥਾਨ ਤੇ ਮਹਾਂਪੁਰਸ਼ਾਂ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਅੱਜ ਜੋ ਪਾਵਨ ਪਵਿੱਤਰ ਸੰਗਰਾਂਦ ਦੇ ਦਿਹਾੜੇ ਤੇ ਆਪ ਗੁਰਸਿੱਖ ਸੰਗਤਾਂ ਹਰ ਮਹੀਨੇ ਦੀ ਤਰ੍ਹਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਵਿੱਚ ਪਹੁੰਚ ਕਰਕੇ ਨਾਮ ਬਾਣੀ ਦਾ 3 ਦਿਨਾਂ ਤੋਂ ਲਾਹਾ ਪ੍ਰਾਪਤ ਕਰ ਰਹੇ ਹੋ। ਮਹਾਕੁੰਭ ਸੇਵਾ ਤੇ ਸਿਮਰਨ ਦਾ ਮਹਾਂਪੁਰਖਾਂ ਨੇ ਚਲਾਇਆ ਹੋਇਆ ਆਪ ਜੀ ਇਸ ਸਮੇਂ ਦਾ ਤੇ ਸਵਾਸਾਂ ਦਾ ਪੂਰਾ ਲਾਹਾ ਪ੍ਰਾਪਤ ਕਰ ਰਹੇ ਹੋ। ਅਤਿਅੰਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅੱਜ ਆਪਾਂ ਨੂੰ ਸਤਿਗੁਰੂ ਨੇ ਆਪਣੀ ਪਾਵਨ ਗੋਦ ਵਿੱਚ ਬੈਠਣ ਦਾ ਸੁਭਾਗ ਦਿੱਤਾ ਹੈ। ਆਓ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾਈਏ, ਗੱਜ ਵੱਜ ਕੇ ਫਤਿਹ ਬੁਲਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰੇ ਕਿਰਪਾ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਪਾਰ ਰਹਿਮਤ ਦਾਤਾਰ ਪਾਤਸ਼ਾਹ ਜੀਆਂ ਦੀ ਸਦਕਾ ਹਰ ਮਹੀਨੇ ਹੀ ਇਸ ਸਮਾਗਮ ਵਿੱਚ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤੀ ਪਾਵਨ ਬਾਣੀ ਦੇ ਸਲੋਕ ਸ੍ਰੀ 12 ਮਾਹ ਜੀਆਂ ਦੀ ਪਾਵਨ ਬਾਣੀ ਆਪ ਜੀਆਂ ਨੇ ਸਰਵਣ ਕੀਤੀ ਹੈ, ਜਿਹਦੇ ਵਿੱਚ ਅੱਜ ਦੇ ਪ੍ਰਥਾਏ ਜੋ ਪੋਹ ਦਾ ਮਹੀਨਾ ਚੜ੍ਹਿਆ, ਜਿੱਥੇ ਪਹਿਲਾਂ ਗਰਮੀ ਦਾ ਮਹੀਨਾ ਆਉਂਦਾ ਹੈ, 2 ਰੁੱਤਾਂ ਨੇ, ਗਰਮੀ ਤੇ ਸਰਦੀ ਦੀ, ਜਿਹਦਾ ਸੰਸਾਰ ਦੀ ਬਨਸਪਤੀ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਗਰਮੀ ਦੀ ਰੁੱਤ ਦਾ, ਪੋਹ ਦੀ ਰੁੱਤ ਦਾ, ਸਰਦੀ ਦੀ ਰੁੱਤ ਦਾ। ਗਰਮੀ ਦੀ ਰੁੱਤ ਆਉਂਦੀ ਹੈ ਉਦੋਂ ਵੀ ਲੋਆਂ ਵਗਦੀਆਂ ਨੇ। ਗਰਮੀ ਦੇ ਕਾਰਨ ਵੱਡੇ ਦਰਖਤ ਵੀ ਸੁੱਕ ਜਾਂਦੇ ਨੇ, ਤਲਾਬਾਂ ਦੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ। ਤੇ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ, ਇਹ ਠੰਡੀ ਸ਼ੀਤ ਹਵਾ ਦੇ ਨਾਲ ਪਾਣੀ ਵੀ ਆਪਣਾ ਰੁੱਖ ਬਦਲ ਲੈਂਦਾ ਹੈ, ਪਾਣੀ ਵੀ ਆਪਣਾ ਰੂਪ ਬਦਲ ਲੈਂਦਾ ਹੈ, ਉਹ ਵੀ ਬਰਫ਼ ਦੇ ਰੂਪ ਵਿੱਚ ਆ ਜਾਂਦਾ ਹੈ। ਇਹ ਦੋਨਾਂ ਰੁੱਤਾਂ ਦਾ ਗੁਰੂ ਸਾਹਿਬ ਨੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਦੱਸਿਆ। ਇਹਨਾਂ ਦੋਨਾਂ ਰੁੱਤਾਂ ਦੇ ਵਿੱਚ ਜਿਹੜੇ ਗੁਰਮੁਖ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਉੱਤੇ ਬਾਹਰੀ ਰੁੱਤ ਦਾ ਅਸਰ ਜ਼ਰੂਰ ਹੁੰਦਾ ਹੈ, ਪਰ ਕਹਿੰਦੇ ਜਿਵੇਂ ਬਾਹਰੀ ਰੁੱਤ ਦਾ ਅਸਰ ਹੋਣ ਕਰਕੇ ਅੰਦਰ ਦੇ ਖੇੜੇ ਨੂੰ ਕੋਈ ਉਹਨਾਂ ਦੇ ਫਰਕ ਨਹੀਂ ਪੈਂਦਾ। ਅੰਦਰ ਦਾ ਜਿਹੜਾ ਖੇੜਾ ਹੈ ਉਹ ਭਾਵੇਂ ਮਹਾਰਾਜ ਕਹਿੰਦੇ ਹਾੜ ਦਾ ਮਹੀਨਾ ਹੋਵੇ, ਜੇਠ ਦਾ ਮਹੀਨਾ ਹੋਵੇ, ਅੰਦਰ ਦਾ ਖੇੜਾ ਉਹਨਾਂ ਦਾ ਉੱਦਾਂ ਦਾ ਹੀ ਰਹੇਗਾ। ਤੇ ਜਦੋਂ ਸਰਦੀ ਆ ਜਾਂਦੀ ਹੈ, ਠੰਡ ਦਾ ਮੌਸਮ ਆ ਜਾਂਦਾ ਹੈ, ਬਾਹਰੀ ਤੌਰ ਤੇ ਠੰਡ ਦਾ ਅਸਰ ਹੁੰਦਾ ਹੈ, ਪਰ ਅੰਦਰ ਦਾ ਖੇੜਾ ਉਸੇ ਤਰ੍ਹਾਂ ਹੀ ਰਹਿੰਦਾ ਹੈ। ਮਹਾਰਾਜ ਕਹਿੰਦੇ ਇਹਨਾਂ ਮਹੀਨਿਆਂ ਵਿੱਚ ਬਾਹਰੀ ਤੌਰ ਤੇ ਅਸਰ ਹੁੰਦਾ ਹੈ, ਬਾਹਰੀ ਤੌਰ ਤੇ ਬਦਲਾਅ ਹੁੰਦਾ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਉੱਤੇ ਨਾ ਕਿਸੇ ਰੁੱਤਾਂ ਦਾ ਅਸਰ ਹੈ, ਨਾ ਕਿਸੇ ਸਮੇਂ ਦਾ ਅਸਰ ਹੈ। ਸਮੇਂ ਤੋਂ ਪਰੇ ਦੁੱਖ ਸੁੱਖ ਦੋਨੇ ਇੱਕੋ ਬਰਾਬਰ ਹੋ ਜਾਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਹੁਣ ਪੋਹ ਦੇ ਮਹੀਨੇ ਵਿੱਚ ਕਹਿੰਦੇ ਜਿਵੇਂ ਠੰਡ ਤੋਂ ਬਚਣ ਵਾਸਤੇ ਉਪਾਅ ਕੀਤੇ ਜਾਂਦੇ ਨੇ, ਠੰਡ ਤੋਂ ਬਚਣ ਵਾਸਤੇ ਆਪਾਂ ਸਾਰਿਆਂ ਨੇ
कोई गर्म वस्त्रां की वरतों की जाती है, अग का निघ माणदे आ। महाराज कहते अंदरले नूं बचाउण वास्ते जिहदे उत्ते पता ही नहीं, महाराज कहते किन्ने किन्ने रूप धारण करके जिहड़ी है वो माया कदे गर्मी के रुत विच आउंदी है, कदे सर्दी की रुत विच। वो गर्मी सर्दी रुत्तां दे विच दी जिहड़ी विकारां दी रुत आउंदी है ना, इन्हां उत्तों बचन वास्ते तू की उपकार करेगा? की तेरे कोल हीला है? की तेरे कोले बचाव करन वास्ते, ठंड तो बचन वास्ते किसे वस्त्र गर्म वस्त्र दा अग दा सहारा ले लेगा? पर महाराज कहंदे जिहड़ी विकारां दी ठंड विकारां दी अग है, वो तो किवें खेड़ा छुटाएगा? वो तो खेड़ा छुटाउण वास्ते गुरु अर्जन देव महाराज अज दे पोह दे महीने दे विच ना जो उपदेश दे रहे ने, वो सतगुरु महाराज गुरु अर्जन देव महाराज समझा रहे ने। आपां संखेप रूप दे विच विचार करांगे। महाराज कहंदे एक गर्मी दी रुत आउंदी है, आषाढ़ तपंदा तिस लगे हर ना होना जिन्ना पास। हाड़ दे महीने दी गर्मी दी अंदर दे जेड़ा अंदर बाहरी तौर ते वो ठंड लेनी चाहुंदा है, पर अंदर फिर भी सड़दा है। बाहरी तौर ते तन नूं ठंडा करन वास्ते उन्हें बड़े उपकार कीते, सारे उन्हें जेड़े वरत लिया है, हीले वसीले कर ले, पर अंदर जेड़ी अग वल रही सी, अंदर दी तपश नूं किवें मिटाया जावे? वो तां सर्दी रुत विच भी वल रही है। उत्ते पापां दी अग तां सर्दी रुत विच भी वो तां पूरे भांबड़ जोरां ते वग रहे ने। वो तो बचन वास्ते की करिए? गुरु अर्जन देव महाराज कहंदे वो तो बचन वास्ते इको एक हीला है, पोख तुखार ना व्यापी कंठ मिलिया हर नाओ। कंठ कह दिंदे ने गले नूं, कहंदे ए तो बचन वास्ते अंदर जेड़ी विकारां दी ठंड पै गई, अंदर जेड़ी विकारां दी अग है उहनूं ठंडी करन वास्ते उत्थे नाम दा निघ काम करेगा। गले विच जिन्हां दे परमेश्वर दा नाम कंठ, जिन्ना हर नाम। महाराज कहंदे अगे फिर बचन लफ्ज वरतदे ने सतगुरु जी, पोक तुखारनिया व्यापी कंठ मिलिया हर नाओ। मन बेदया चरनार बिंद दर्शन लगड़ा साहो। महाराज कहंदे जिन्हां ने गुरु दे चरनां दे नाल अपने मन नूं बिन लिया। आ गूंज जी कादी पैंदी विच? बाज गूंज जी पैंदी। मन तन वेदया चरनार बिंद दर्शन लगड़ा साहो। कहंदे जिन्हां ने अपने प्यारे प्रीतम दे नाल अपने मन नूं बिन लिया, जिन्हां ने बिन लिया अपने मन नूं परमेश्वर दे चरनां दे नाल जोड़ दिता, गंढ दिता। मन तन वेदया चरनार बिंद दर्शन लगड़ा साहो। ओट गोबिंद गोपाल राय सेवा स्वामी लाहो। महाराज कहंदे उन्हां ने ओट उस गोपाल दी, उस गोबिंद दी लै लई। कृपा कर मालका मैनू अपनी सेवा विच ला लै। तेरी सेवा की है? सतगुरु महाराज कहंदे सब तो वड्डी सेवा है परमेश्वर दा नाम जपना। वड्डी सेवा दे विच ला लिया। मेरे उत्ते परोपकार कीता सतगुरु ने। सतगुरु महाराज कहंदे भाई मन बेदया चरनार बिंद दर्शन लगड़ा साहो। मन विन्या गया ते कहंदे ना वो मालिक दी ओट लै लई, वो परमात्मा दी ओट लै लई, ते फिर संग किहदा मिल गया, साथ किहदा मिलिया, जिहदे करके मैं बच गया। गुरु अर्जन देव महाराज जियां दी पावन बाणी दे लफज। फिर कहंदे मिलेगा कि मन विन्नण दे नाल गुरु दे चरनां दे नाल। सतगुरु कहंदे विख्या पोहे ना सकई, मिल साधु गुण गाहो।
ਜਿਨ੍ਹਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਗਈ, ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਬਹਿਣ ਦਾ ਸੁਭਾਗ ਮਿਲ ਗਿਆ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਵਿੱਚ ਬੈਠ ਕੇ ਹਰ ਜਸ ਸਰਵਣ ਕਰਨ ਦਾ, ਹਰ ਜਸ ਸੁਣਨ ਦਾ ਸੁਭਾਗ ਪ੍ਰਾਪਤ ਹੋ ਗਿਆ, ਮਹਾਰਾਜ ਕਹਿੰਦੇ ਉਹਨਾਂ ਨੂੰ ਪੰਜਾਂ ਵਿਕਾਰਾਂ ਦੀ ਅੱਗ ਨਹੀਂ ਪੋ ਸਕਦੀ। ਆਖੋ ਸਤਨਾਮ ਸ੍ਰੀ। ਸਤਿਗੁਰੂ ਕਹਿੰਦੇ ਆ ਵਿਖਿਆ ਪੋਹੇ ਨਾ ਸਕੀ। ਵਿਖਿਆ ਕਹਿ ਦਿੰਦੇ ਨੇ ਮੋਹ ਨੂੰ, ਮਾਇਆ ਨੂੰ। ਤੇ ਮਾਇਆ ਕਬੀਰ ਸਾਹਿਬ ਕਹਿੰਦੇ ਇਹ ਨਹੀਂ ਕਿ ਇਕੱਲੇ ਪੈਸੇ ਦੇ ਰੂਪ ਵਿੱਚ ਆਉਂਦੀ ਹੈ। ਮਾਇਆ ਬੰਦੇ ਦੇ ਕੋਲ ਪਤਾ ਨਹੀਂ ਕਿਹੜਾ ਰੂਪ ਧਾਰਨ ਕਰਕੇ ਆ ਜਾਏ। ਬੰਦੇ ਦੇ ਕੋਲ ਇਹ ਨਹੀਂ ਪਤਾ ਮਾਇਆ ਪੁੱਤਰ ਦੇ ਰੂਪ ਵਿੱਚ ਆ ਜਾਏ। ਬੰਦੇ ਦੇ ਕੋਲ ਮੋਹ ਦੀ ਮਾਇਆ ਵਿਖਿਆ ਬਣ ਕੇ, ਜ਼ਹਿਰ ਬਣ ਕੇ, ਇਹ ਨਹੀਂ ਪਤਾ ਮਾਇਆ ਹੀ ਜ਼ਹਿਰ ਬਣ ਜਾਏ। ਇਹ ਨਹੀਂ ਪਤਾ ਇਸਤਰੀ ਜ਼ਹਿਰ ਬਣ ਜਾਏ। ਇਹ ਨਹੀਂ ਪਤਾ ਧਨ ਦੌਲਤ ਪ੍ਰਾਪਰਟੀ ਤੇ ਤੇਰਾ ਰਾਜ ਭਾਗ ਉਹ ਵਿਖਿਆ ਮੋਹ ਬਣ ਜਾਏ। ਵਿਖਿਆ ਪੋਹੇ ਨਾ ਸਕੀ। ਕਹਿੰਦੇ ਉਹਨਾਂ ਨੂੰ ਇਹ ਪੋਹ ਲੈਂਦੀ ਹੈ, ਉਹਨਾਂ ਨੂੰ ਮੋਹ ਲੈਂਦੀ ਹੈ, ਉਹਨਾਂ ਉੱਤੇ ਇਹ ਹਾਵੀ ਹੋ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਇਹ ਆਉਂਦੀ ਵੀ ਬਹੁਤ ਹੈ, ਮੇਰੇ ਤੇ ਬਹੁਤ ਆਈ। ਕਬੀਰ ਸਾਹਿਬ ਕਹਿੰਦੇ ਇੱਕ ਰੂਪ ਨਹੀਂ ਧਾਰਨ ਕਰਕੇ ਆਈ। ਕਬੀਰ ਸਾਹਿਬ ਕਹਿੰਦੇ ਜਿਹੜੀ ਇਹ ਵਿਕਾਰਾਂ ਦੀ ਅੱਗ ਸੀ, ਇਹ ਮਾਇਆ ਨਾ ਜ਼ਹਿਰ ਬਣ ਕੇ, ਮਿੱਠਾ ਜ਼ਹਿਰ ਬਣ ਕੇ ਮੇਰੇ ਤੇ ਬੜੇ ਵਾਰੀ ਅਟੈਕ ਕੀਤਾ, ਮੇਰੇ ਉੱਤੇ ਬੜੇ ਵਾਰੀ ਚੜ ਕੇ ਆਈ। ਇੱਕ ਭੇਸ਼ ਵਿੱਚ ਨਹੀਂ ਆਈ, ਅਨੇਕਾਂ ਭੇਸ਼ ਇਹਨੇ ਧਾਰਨ ਕੀਤੇ। ਪਰ ਕੀ ਹੋਇਆ? ਮੈਨੂੰ ਗੁਰੂ ਦੇ ਸ਼ਬਦ ਨੇ, ਮੇਰੇ ਕੋਲ ਗੁਰੂ ਸੀ, ਮੇਰੇ ਕੋਲ ਬਾਣੀ ਸੀ, ਮੇਰੇ ਕੋਲੇ ਪਰਮਾਤਮਾ ਦਾ ਨਾਮ ਸੀ, ਜਿਹਦੇ ਕਰਕੇ ਉਹਦਾ ਕੋਈ ਬਸ ਨਹੀਂ ਚੱਲਿਆ। ਹਗਾਂ ਕਿ ਉਹ ਮੈਨੂੰ ਠੱਗਣ ਵਾਸਤੇ ਆਈ ਸੀ, ਮੈਨੂੰ ਉਹ ਮੋਹਣ ਵਾਸਤੇ ਆਈ ਸੀ। ਪਾਵਨ ਬਾਣੀ ਦੇ ਸ਼ਬਦ ਨੇ ਐਸਾ ਬਾਣ ਮਾਰਿਆ ਤੇ ਕਹਿੰਦੇ ਉਹ ਆਪ ਘਾਇਲ ਹੋ ਕੇ ਚਲੀ ਗਈ, ਉਪਦੇਸ਼ ਲੈ ਕੇ ਚਲੀ ਗਈ। ਕਬੀਰ ਸਾਹਿਬ ਕਹਿੰਦੇ ਮਾਇਆ ਨੇ ਮੇਰੇ ਉੱਤੇ ਬਹੁਤ ਵਾਰੀ ਹਮਲਾ ਕੀਤਾ, ਵਾਰ ਕੀਤਾ। ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਲਫ਼ਜ਼ ਨੇ, ਕਬੀਰ ਆਈ ਮੁਝ ਹੈ ਪਹੇ ਅਨਕ ਕਰੇ ਕਰ ਭੇਸ। ਕਹਿੰਦੇ ਮੇਰੇ ਉੱਤੇ ਬੜੇ ਵਾਰੀ ਚੜ ਕੇ ਆਉਂਦੀ ਰਹੀ, ਬੜੇ ਵਾਰੀ ਕਹਿੰਦੇ ਮਾਇਆ ਨੇ ਆਪਣਾ ਵੱਖੋ ਵੱਖ ਰੂਪ ਧਾਰਨ ਕਰਕੇ ਆਈ। ਪਰ ਕਹਿੰਦੇ ਹੋਇਆ ਕੀ? ਹੋਇਆ ਕਿ ਆਈ ਮੇਰੇ ਉੱਤੇ ਬਹੁਤ ਚੜ ਕੇ, ਪਰ ਕੀ ਹੋਇਆ? ਕਹਿੰਦੇ ਮੈਨੂੰ ਸ਼ਰਨ ਕਿਹਦੀ ਸੀ, ਮੇਰਾ ਸੰਗ ਕਿਹਦੇ ਨਾਲ ਸੀ, ਮੇਰਾ ਮਿਲਾਪ ਕਿਹਦੇ ਨਾਲ ਸੀ? ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਮੈਂ ਸਾਧ ਸੰਗਤ ਵਿੱਚ ਮਿਲ ਕੇ ਬਹਿੰਦਾ ਸੀ, ਜਿੱਥੇ ਇਹਦਾ ਕੋਈ ਅਸਰ ਨਹੀਂ ਹੁੰਦਾ। ਮੇਰੇ ਕੋਲ ਸੰਤਾਂ ਦੇ ਨਾਲ ਮੈਂ ਵਿਹਾਰ ਕਰ ਲਿਆ। ਕਬੀਰ ਸਾਹਿਬ ਕਹਿੰਦੇ ਮੇਰਾ ਸੰਗ ਕਿਹਨਾਂ ਦੇ ਨਾਲ ਸੀ? ਮਹਾਰਾਜ ਕਹਿੰਦੇ ਆਪਣੇ ਮਨ ਨੂੰ ਰੇਣ ਬਣਾ ਲੈ ਉਹਨਾਂ ਦੀ। ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਤੇ ਕਹਿੰਦੇ ਜਿਹੜਾ ਗਹਿਣਾ ਹੁੰਦਾ ਹੈ ਨਾ, ਉਹ ਉਦੋਂ ਕੰਮ ਆਉਂਦਾ ਹੈ ਜਦੋਂ ਕਿਸੇ ਪਾਸੋਂ ਕੋਈ ਹੀਲਾ ਨਾ ਹੋਵੇ ਨਾ। ਘਰ ਦੇ ਵਿੱਚ ਕੋਈ ਕਾਰਜ ਵਿੱਢਣਾ ਹੋਵੇ, ਵੱਡਾ ਕਾਰਜ ਵਿੱਢ ਲਿਆ, ਤੇ ਬੰਦਾ ਕਹਿੰਦਾ ਵੀ ਹੁਣ ਜਿਹੜਾ ਆਪਣੇ ਕੋਲ ਕੋਈ ਸੋਨਾ ਪਿਆ, ਇਹ ਗਹਿਣਾ ਉਸ ਵਾਸਤੇ ਹੁੰਦਾ ਜਿਹੜਾ ਔਖੇ ਵੇਲੇ ਕੰਮ ਆਉਂਦਾ ਹੈ। ਗਹਿਣਾ ਔਖੇ ਵੇਲੇ ਕੰਮ ਆਉਣ ਵਾਲੀ ਚੀਜ਼ ਹੈ। ਮਹਾਰਾਜ ਕਹਿੰਦੇ ਮੈਨੂੰ ਸੰਤਾਂ ਨੂੰ ਮੈਂ ਗਹਿਣਾ ਬਣਾਇਆ, ਉਹਨਾਂ ਦੇ ਨਾਲ ਸੰਗ ਕੀਤਾ, ਉਹਨਾਂ ਦੇ ਨਾਲ ਮੇਰਾ ਮਿਲਾਪ ਹੋ ਗਿਆ। ਅੱਜ ਔਖੇ ਵੇਲੇ ਮੇਰਾ ਜਿਵੇਂ ਘਰ ਦੇ ਵਿੱਚ ਪਿਆ ਹੋਇਆ ਗਹਿਣਾ ਕੰਮ ਆਉਂਦਾ ਹੈ ਨਾ, ਸੰਤਾਂ ਦਾ ਗਿਆਨ ਮੇਰੇ ਐਦਾਂ ਕੰਮ ਆ ਗਿਆ। ਸੰਤਾਂ ਦੀ ਸੰਗਤ ਨੇ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਤੇ ਕਹਿੰਦੇ ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਹਾਰਾ। ਕਹਿੰਦੇ ਮੈਂ ਤਾਂ ਜ਼ਿੰਦਗੀ ਦੇ ਵਿਹਾਰ ਵੀ ਦੂਜਿਆਂ ਨਾਲੋਂ ਤੋੜ ਕੇ, ਮੈਂ ਤਾਂ ਜਿਹੜਾ ਜ਼ਿੰਦਗੀ ਦੇ ਵਿਹਾਰ ਵੀ ਨੇ ਨਾ, ਲੈਣ ਦੇਣ ਜਿਹੜਾ ਦੁਨੀਆ ਨਾਲੋਂ ਤੋੜ ਕੇ ਮੈਂ ਤਾਂ ਸੰਤਾਂ ਨਾਲ ਤੋੜ ਲਿਆ, ਉਹਨਾਂ ਨਾਲ ਜੋੜ ਲਿਆ। ਮੇਰੇ ਤਾਂ ਵਿਕਾਰ ਮੈਂ ਆਪਣੇ ਸੰਤਾਂ ਨੂੰ ਦੇ ਆਉਣਾ, ਉਹਨਾਂ ਦੇ ਕੋਲ ਉਹ ਮੈਨੂੰ ਗੁਣਾਂ ਦੀ ਝੋਲੀ ਭਰ ਕੇ ਤੋਰ ਦਿੰਦੇ। ਆਖੋ ਸਤਨਾਮ ਸ੍ਰੀ। ਕਹਿੰਦੇ ਮੈਂ ਤਾਂ ਲੇਵਾ ਦੇਵੀ ਵੀ ਇੱਦਾਂ ਦੀ ਕਰ ਲਈ। ਕਹਿੰਦੇ ਮੇਰਾ ਤਾਂ ਵਿਹਾਰ ਹੀ ਇੱਦਾਂ ਦਾ ਇੰਨਾ ਚੰਗਾ ਚੱਲ ਪਿਆ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ। ਤੇ ਕਹਿੰਦੇ ਫਿਰ ਸੰਤਾਂ ਨੇ ਮੈਨੂੰ ਕੀ ਦਿੱਤਾ?
ਕਹਿੰਦੇ ਹੁਣ ਜਿਹੜਾ ਵਿਹਾਰ ਸੀ ਉਹ ਚੱਲਦਾ ਰਿਹਾ। ਕਹਿੰਦੇ ਇੱਕ ਦਿਨ ਫਿਰ ਉਹਨਾਂ ਨੇ ਨਾ ਸੰਤਨ ਮੋਕੋ ਪੂੰਜੀ ਸੌਂਪੀ। ਕਹਿੰਦੇ ਨਾ ਫਿਰ ਉਹਨਾਂ ਨੇ ਇੱਕ ਦਿਨ ਐਸੀ ਪੂੰਜੀ ਸੌਂਪ ਦਿੱਤੀ, ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ। ਕਹਿੰਦੇ ਜਿਹੜਾ ਮਨ ਦੇ ਵਿੱਚ ਕੋਈ ਮਾੜਾ ਮੋਟਾ ਸੀ ਨਾ ਵਹਿਮ ਭਰਮ, ਉਹ ਵੀ ਲਾ ਦਿੱਤਾ, ਉਹ ਭੁਲੇਖਾ ਵੀ ਕੱਢ ਦਿੱਤਾ, ਉਹ ਧੋਖਾ ਵੀ ਲੈ ਗਿਆ। ਕਿਉਂਕਿ ਦੁਨੀਆ ਦੇ ਵਿੱਚ ਵੇਖਦੇ ਹਾਂ ਜਦੋਂ ਕਿਸੇ ਨਾਲ ਵਣਜ ਵਿਹਾਰ ਦੀ ਆੜਤ ਪਾਈ ਦੀ ਹੈ ਨਾ, ਉੱਥੇ ਬਖਰੇਵਾ ਆ ਜਾਂਦਾ। ਆਪਾਂ ਕਹਿੰਦੇ ਹਾਂ ਵੀ ਜੇ ਕਿਸੇ ਨੂੰ ਪੈਸੇ ਦੇਣੇ ਆ ਤਾਂ ਦੁਸ਼ਮਣੀ ਮੁੱਲ ਲੈਣ ਵਾਲੀ ਗੱਲ ਆ। ਆਪਾਂ ਕਹਿੰਦੇ ਆ ਆਹ ਚੀਜ਼ ਕਿਸੇ ਨੂੰ ਪੈਸਾ ਦਈਏ, ਰਿਸ਼ਤੇਦਾਰੀ ਦੇ ਵਿੱਚ ਕੋਈ ਲੈਣ ਦੇਣ ਦਾ ਵਿਹਾਰ ਕਰਦੇ ਹਾਂ ਆਪਾਂ ਸਾਰੇ, ਆਪਾਂ ਕਹਿੰਦੇ ਆ ਵੀ ਵੈਸੇ ਤਾਂ ਠੀਕ ਹੈ ਪਰ ਇਹ ਦੁਸ਼ਮਣੀ ਮੁੱਲ ਲੈਣ ਵਾਲੀ ਗੱਲ ਹੈ। ਕਹਿੰਦੇ ਪਰ ਮੈਂ ਸੰਤਾਂ ਦੇ ਨਾਲ ਵਿਹਾਰ ਜੋੜ ਕੇ ਵੇਖਿਆ, ਸੰਤਾਂ ਦੇ ਨਾਲ ਮੇਰੀ ਲੇਵਾ ਦੇਵੀ ਦੀ ਸਾਂਝ ਪੈ ਗਈ ਤੇ ਉਹਨਾਂ ਨਾਲ ਵਿਹਾਰ ਜੋੜਿਆ। ਕਹਿੰਦੇ ਜਿਹੜਾ ਮਨ ਦੇ ਵਿੱਚ ਕੋਈ ਵਹਿਮ ਭਰਮ ਸੀ, ਪਤਾ ਨਹੀਂ ਮਿਲੂ ਜਾਂ ਨਾ ਮਿਲੂ, ਕਹਿੰਦੇ ਉਹਨਾਂ ਨੇ ਤਾਂ ਸਾਰੀ ਪੂੰਜੀ ਮੈਨੂੰ ਸੌਂਪਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ। ਕਹਿੰਦੇ ਇੱਥੋਂ ਤੱਕ ਕਹਿੰਦੇ ਜਿਹੜਾ ਮਨ ਵਿੱਚ ਵਹਿਮ ਭਰਮ ਸੀ ਉਹ ਮਿਟ ਗਿਆ। ਧਰਮ ਰਾਏ ਅਬ ਕਹਾਂ ਕਰੇਗੋ ਜੋ ਫਟਿਓ ਸਗਲੋ ਲੇਖਾ। ਕਹਿੰਦੇ ਸਾਰਾ ਲੇਖਾ ਜੋਖਾ ਹੀ ਪਾੜ ਦਿੱਤਾ। ਹੁਣ ਧਰਮ ਰਾਜਾ ਵਿੱਚ ਵਿਚਾਲੇ ਕੀ ਕਰੇ? ਉਹ ਕਹਿੰਦੇ ਉਹ ਲੇਖਾ ਹੀ ਪਾੜ ਦਿੱਤਾ। ਜਾ ਕਹਿੰਦੇ ਤੇਰਾ ਕੋਈ ਲੇਖਾ ਜੋਖਾ ਹੀ ਨਹੀਂ, ਤੂੰ ਜੋ ਚਾਹੀਦਾ ਲੈ ਜਾ। ਆਹ ਪੂੰਜੀ ਸੌਂਪ ਦਿੱਤੀ, ਇੰਨਾ ਕੁਝ ਸੌਂਪ ਦਿੱਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਇਸੇ ਕਰਕੇ ਲਫ਼ਜ਼ ਨੇ ਪਾਵਨ ਬਾਣੀ ਦਿਓ ਮਨਾ। ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਉਪਦੇਸ਼ ਪਾਵਨ ਹੁਕਮ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਕੀ ਉਪਦੇਸ਼ ਦੇ ਰਹੇ ਨੇ? ਮਨਾ ਸੰਤਾਂ ਨੂੰ ਗਹਿਣਾ ਬਣਾ ਲੈ। ਤੇ ਕਿਉਂਕਿ ਪਿਆਰੋ ਗਹਿਣਾ ਹੁੰਦਾ ਹੈ ਨਾ ਔਖੇ ਵੇਲੇ ਕੰਮ ਆਉਂਦਾ, ਤੇ ਰੱਬ ਦੇ ਪਿਆਰੇ ਵੀ ਉਹਨਾਂ ਨੂੰ ਜੇ ਕਿਤੇ ਗਹਿਣਾ ਬਣਾ ਲੈ, ਆ ਸੰਗਤ ਨਾਲ ਵਿਵਹਾਰ ਜੋੜ ਲਵੇਂ। ਆਓ ਪੜਿਓ ਪਿਆਰ ਦੇ ਨਾਲ। ਗਹਿਣਾ ਨੀ ਜਿੰਦੇ ਸਾਧੂ ਔਖੇ ਵੇਲੇ ਦਾ, ਗਹਿਣਾ ਨੀ ਜਿੰਦੇ ਸਾਧੂ ਔਖੇ ਵੇਲੇ ਦਾ, ਗਹਿਣਾ ਨੀ ਜਿੰਦੇ ਸਾਧੂ ਔਖੇ ਵੇਲੇ ਦਾ, ਗਹਿਣਾ ਨੀ ਜਿੰਦੇ ਸੰਗਤ ਵਿੱਚ ਆ ਗਿਆ। ਕਬੀਰ ਸਾਹਿਬ ਕਹਿੰਦੇ ਆਉਂਦੀ ਹੈ ਮਾਇਆ ਚੜ ਚੜ ਕੇ, ਵਿਕਾਰਾ ਰੂਪੀ ਪਤਾ ਨਹੀਂ ਕਿਹੜੇ ਭੇਸ ਵਿੱਚ ਆ ਜਾਏ। ਕਬੀਰ ਆਈ ਮੁਝ ਹੈ ਪਰੇ ਅਨਕ ਕਰੇ ਕਰ ਭੇਸ। ਕਹਿੰਦੇ ਮੇਰੇ ਤੇ ਚੜ ਚੜ ਕੇ ਆਈ, ਪਰ ਕਹਿੰਦੇ ਹਮ ਰਾਖੇ ਗੁਰ ਆਪਣੇ, ਪਰ ਕਿਰਪਾ ਕੀਤੀ ਰੱਬ ਦੇ ਪਿਆਰਿਆਂ ਨੇ, ਮੈਨੂੰ ਰੱਖ ਲਿਆ। ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਮੈਨੂੰ ਰੱਖਿਆ ਤੇ ਮੈਂ ਉਹਨਾਂ ਨੂੰ ਨਮਸਕਾਰ ਕੀਤੀ। ਮੇਰੇ ਤੇ ਚੜ ਕੇ ਆਈ ਸੀ ਸਮਾਂ, ਉਹ ਤਾਂ ਨਮਸਕਾਰ ਕਰਕੇ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੇ ਵਾੜੀ ਚੜ ਕੇ ਆਈ ਕਬੀਰ ਸਾਹਿਬ ਕਹਿੰਦੇ। ਤੇ ਜਿਨ੍ਹਾਂ ਨੇ ਇਹ ਗਹਿਣਾ ਪਾ ਲਿਆ ਨਾ ਜੀ, ਸੰਤਨ ਮੋਕੋ ਪੂੰਜੀ ਸੌਂਪੀ, ਜਿਨ੍ਹਾਂ ਨੇ ਨਾਮ ਦਾ ਗਹਿਣਾ ਪਾ ਲਿਆ। ਤੇ ਮਹਾਰਾਜ ਕਹਿੰਦੇ
ਉਹਨਾਂ ਦੇ ਕੋਲ ਇਹ ਤਾਕਤ ਹੁੰਦੀ ਹੈ, ਉਹ ਪਾਰਸ ਬਣ ਜਾਂਦੇ ਨੇ। ਪਾਰਸ 7 ਧਾਤਾਂ ਨੂੰ ਸੋਨਾ ਬਣਾ ਦਿੰਦਾ, ਪਰ ਪਾਰਸ ਆਪਣੇ ਵਰਗਾ ਪਾਰਸ ਨਹੀਂ ਪੈਦਾ ਕਰ ਸਕਦਾ। ਜਿਹੜਾ 7 ਧਾਤਾਂ ਨੂੰ ਸੋਨਾ ਬਣਾਉਣ ਵਾਲਾ ਹੋਵੇ ਉਹ ਆਪਣੇ ਵਰਗਾ ਨਹੀਂ ਪੈਦਾ ਕਰ ਸਕਦਾ। ਪਰ ਰੱਬ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ। ਮਨ ਵੇਦਿਆ ਚਰਨਾਰਵਿੰਦ, ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨੇ ਗੁਰੂ ਦੇ ਨਾਲ ਮਨ ਨੂੰ ਗੰਢ ਲਿਆ ਨਾ, ਮਹਾਰਾਜ ਕਹਿੰਦੇ ਉਹ ਨਾਮ ਦਾ ਰੱਬ ਦਾ ਰੂਪ ਹੋ ਜਾਂਦੇ ਨੇ। ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਤੇ ਮਨਾ ਫਿਰ ਤੂੰ ਵੀ ਉਹਨਾਂ ਨੂੰ ਗਹਿਣਾ ਬਣਾ ਔਖੇ ਵੇਲੇ ਦਾ। ਜਿਹੜੀ ਪੂੰਜੀ ਸੌਂਪੀ, ਜਿਹੜਾ ਨਾਮ ਦਿੱਤਾ ਉਹਨਾਂ ਨੇ, ਤੇ ਫਿਰ ਉੱਥੇ ਉਹਨਾਂ ਦੇ ਪੱਲੇ ਮਹਾਰਾਜ ਕਹਿੰਦੇ ਆ ਗਹਿਣਾ ਤੇ ਤੂੰ ਵੀ ਪਾਲਾ ਜਿਹੜਾ ਰੱਬ ਦੇ ਪਿਆਰਿਆਂ ਨੇ ਪਾਇਆ। ਤੂੰ ਆਪਣਾ ਵੀ ਭਲਾ ਤੇ ਕਿਸੇ ਦਾ ਵੀ ਭਲਾ, ਆਪਣਾ ਵੀ ਆਪ ਤਰੇ ਸਗਲੇ ਕੁਲ ਤਾਰੇ। ਇਹ ਪਦਵੀ ਹਾਸਲ ਰੱਬ ਦੇ ਪਿਆਰਿਆਂ ਕੋਲ ਹੈ ਜੀ। ਮਹਾਰਾਜ ਦੀ ਪਾਵਨ ਬਾਣੀ ਦੇ ਲਫ਼ਜ਼ ਨੇ, ਆਓ ਅਰਥਾਂ ਵਿੱਚ ਪੜ੍ਹੀਏ। ਜਿੰਦੇ ਪਾਰਸ ਬਣ ਜਾਏਗੀ ਪਾਲ ਨਾਮ ਦਾ ਗਹਿਣਾ। ਪਾਰਸ ਬਣ ਜਾਏਗੀ ਪਾਲ ਨਾਮ ਦਾ ਗਹਿਣਾ। ਪਾਰਸ ਬਣ ਜਾਏਗੀ ਪਾਲ ਨਾਮ ਦਾ ਗਹਿਣਾ। ਜਿੰਦੇ ਪਾਰਸ ਬਣ ਜਾਏਗੀ ਪਾਲ ਨਾਮ ਦਾ ਗਹਿਣਾ। ਪਾਰਸ ਬਣ ਜਾਏਗੀ ਨਾਮ ਦਾ ਗਹਿਣਾ ਪਾ ਲਵੇਂ ਤੂੰ ਵੀ ਪਾਰਸ ਬਣ ਜਾਏਗੀ। ਆਪ ਤਰ ਗਏ ਤੇ ਹੋਰਾਂ ਨੂੰ ਵੀ ਤਾਰ ਕੇ ਲੈ ਜਾਂਦੇ ਨੇ। ਸਤਿਗੁਰੂ ਕਹਿੰਦੇ ਭਾਈ ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ। ਜਹ ਤੇ ਉਪਜੀ ਤਹ ਮਿਲੀ। ਜਿੱਥੋਂ ਜੋਤ ਪ੍ਰਗਟ ਹੋਈ ਸੀ ਉਹਦੇ ਵਿੱਚ ਉਹ ਲੀਨ ਹੋ ਗਈ। ਸੱਚੀ ਪ੍ਰੀਤ ਸਮਾਹੋ ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਹੋ। ਕਹਿੰਦੇ ਜਿਨ੍ਹਾਂ ਨੇ ਆਪਣੀ ਬਾਂਹ ਗੁਰੂ ਨੂੰ ਫੜਾ ਦਿੱਤੀ, ਜਿਨ੍ਹਾਂ ਆਪਣਾ ਸਮਰਪਣ ਗੁਰੂ ਨੂੰ ਕਰ ਦਿੱਤਾ, ਉਹ ਫਿਰ ਕਦੇ ਵਿਛੜਦੇ ਨਹੀਂ। ਉਹ ਗੁਰੂ ਦੇ ਨਾਲੋਂ ਕਦੇ ਵਿਛੜਦੇ ਨਹੀਂ। ਬਾਹਰ ਜਾਓ ਲੱਖ ਬੇਰੀਆਂ ਹਰ ਸੱਜਣ ਅਗਮ ਅਗਾਹੋ। ਫਿਰ ਉਹ ਤੋਂ ਬਲਹਾਰ ਜਾਈਏ, ਉਹ ਸੱਜਣ ਤੋਂ ਉਹ ਪ੍ਰਮਾਤਮਾ ਤੋਂ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਕਹਿੰਦੇ ਜੇ ਕੋਈ ਸ਼ਰਨ ਆ ਜਾਵੇ ਨਾ ਤੇ ਮਹਾਰਾਜ ਕਹਿੰਦੇ ਉਹਦੀ ਫਿਰ ਲਾਜ, ਉਹਦੀ ਪੱਥ ਗੁਰੂ ਨਾਨਕ ਦੇ ਹੱਥ ਹੁੰਦੀ ਹੈ। ਜਿਹੜਾ ਜੋ ਸ਼ਰਨ ਆਵੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਉਹਦੀ ਲਾਜ, ਉਹਦੀ ਪੱਥ, ਉਹਦੀ ਇੱਜ਼ਤ ਗੁਰੂ ਰੱਖਦਾ ਹੈ। ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਆਇਆਂ ਹੋਇਆਂ ਦੀ ਸ਼ਰਨ ਦੇ ਵਿੱਚ ਲਾਜ ਰੱਖਦੇ ਨੇ। ਪਰ ਜਦੋਂ ਬੰਦਾ ਕਹਿੰਦੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਕਿ ਹੁਣ ਤੱਕ ਕੋਈ ਹੀਲਾ ਨਹੀਂ ਹੈ। ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ। ਜਦੋਂ ਜਦੋਂ ਧਰਤੀ ਤੇ ਜ਼ੁਲਮ ਜ਼ੋਰ ਵਧਿਆ, ਉਦੋਂ ਉਦੋਂ ਫਿਰ ਰੱਬ ਦੇ ਚਰਨਾਂ ਵਿੱਚ ਫਰਿਆਦਾਂ ਹੋਈਆਂ। ਜਦੋਂ ਜਦੋਂ ਧਰਤੀ ਦੇ ਉੱਤੇ ਕੋਈ ਨਾ ਕੋਈ ਪਾਪ ਕਰਮ ਵੱਧਦਾ ਗਿਆ, ਉਦੋਂ ਉਦੋਂ ਫਿਰ ਸ਼ਹਾਦਤਾਂ ਹੁੰਦੀਆਂ ਨੇ। ਆ ਪੋਹ ਦਾ ਮਹੀਨਾ ਚੜ੍ਹਿਆ, ਸਾਰਾ ਪੋਹ ਦਾ ਮਹੀਨਾ ਲਾਸ਼ਾਨੀ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ। ਸਾਰਾ ਪੋਹ ਦੇ ਮਹੀਨੇ ਵਿੱਚ ਆ ਕੁਝ ਦਿਨਾਂ ਦੇ ਵਿੱਚ ਹੀ ਵੇਖੋ ਕਿੰਨੀਆਂ ਕਿੰਨੀਆਂ ਸ਼ਹਾਦਤਾਂ ਹੋਈਆਂ। ਅਸਲ ਵਿੱਚ ਸ਼ਹਾਦਤਾਂ ਦੇ ਨਾਲ ਹੀ
ਜਿਹੜੇ ਇਤਿਹਾਸ ਬਣਦੇ ਨੇ ਅੱਜ ਉਹ ਇਤਿਹਾਸ ਦੁਆਰੇ ਬਣਦਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸ਼ਹੀਦੀ ਪੁਰਬ 19 ਤਰੀਕ ਨੂੰ ਆ ਰਿਹਾ ਤੇ ਇਹ ਮਹੀਨੇ ਵਿੱਚ ਕਿੰਨੀਆਂ ਸ਼ਹਾਦਤਾਂ ਹੋਈਆਂ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪਾਵਨ ਸ਼ਹੀਦੀ ਪੁਰਬ ਕਿਉਂਕਿ ਇਹ ਮਹਾਂਪੁਰਖਾਂ ਦੇ ਅਸਥਾਨ ਤੇ ਮਨਾਇਆ ਜਾਂਦਾ ਹੈ ਤੇ ਉਹ ਸ਼ਹੀਦੀ ਪੁਰਬ ਵੇਖੋ ਜਦੋਂ ਵੀ ਆ ਰਾਜ ਤਖਤ ਤੇ ਜਦੋਂ ਰਾਜ ਤਖਤ ਕਿਸੇ ਗਲਤ ਬੰਦੇ ਦੇ ਹੱਥ ਵਿੱਚ ਆਇਆ ਉਦੋਂ ਸ਼ਹਾਦਤਾਂ ਲੈ ਕੇ ਫਿਰ ਇਤਿਹਾਸ ਬਦਲੇ ਜਾਂਦੇ ਨੇ। ਉਦੋਂ ਦੁਨੀਆ ਵਿੱਚ ਕ੍ਰਾਂਤੀ ਆਈ ਹੈ। ਔਰੰਗਜ਼ੇਬ ਕਿੰਨੀ ਮਾੜੀ ਨੀਤੀ ਦਾ ਬੰਦਾ ਸੀ। ਜਦੋਂ ਕਿਸੇ ਬੰਦੇ ਕੋਲ ਰਾਜ ਸੱਤਾ ਆਉਂਦੀ ਹੈ ਨਾ ਜੀ ਉਦੋਂ ਸਾਰਾ ਕੁਝ ਉਹ ਭੁੱਲ ਜਾਂਦਾ ਹੈ। ਔਰੰਗਜ਼ੇਬ ਨੇ ਐਡਾ ਜ਼ੁਲਮ ਕੀਤਾ ਤੇ ਸਾਧ ਸੰਗਤ ਜੀ ਜਦੋਂ ਇਬਾਦਤ ਇੱਕ ਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਬਾਦਤ ਕਰਦੇ ਨੇ ਫਿਰ ਜਦ ਦੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਔਰੰਗਜ਼ੇਬ ਨੇ 4 ਪੁੱਤਰ ਸੀ ਸ਼ਾਹਜਹਾਨ ਦੇ। ਔਰੰਗਜ਼ੇਬ ਇਹਦੇ 4 ਪੁੱਤਰ ਸੀ। ਜਿਹੜਾ ਦਾਰਾ ਸ਼ਿਕੋਹ ਸੀ ਨਾ ਸ਼ਾਹਜਹਾਨ ਚਾਹੁੰਦਾ ਸੀ ਜਦੋਂ ਸ਼ਾਹਜਹਾਨ ਬਿਮਾਰ ਪੈ ਗਿਆ ਸੀ ਨਾ ਤੇ ਜਿਹੜਾ ਇਹਦੇ 3 ਪੁੱਤਰ ਸੀ ਜਿਹੜਾ ਔਰੰਗਜ਼ੇਬ ਸੀ ਇਹ ਦੱਖਣ ਦੀ ਧਰਤੀ ਦੇ ਵੱਲ ਇਹਨੂੰ ਜਿਹੜਾ ਇਲਾਕਾ ਸਾਂਭਿਆ ਹੋਇਆ ਸੀ। ਇੱਕ ਨੇ ਢਾਕੇ ਬੰਗਾਲ ਦੀ ਜਿਹੜਾ ਇੱਧਰ ਦਾ ਗਵਰਨਰ ਸੀ, ਇੱਕ ਜਿਹੜਾ ਗੁਜਰਾਤ ਦਾ ਗਵਰਨਰ ਸੀ। ਇਹ 4 ਪੁੱਤਰ ਜਿਹੜੇ ਸ਼ਾਹਜਹਾਨ ਦੇ ਵੱਖੋ ਵੱਖ ਗਵਰਨਰ ਲੱਗੇ ਹੋਏ ਸੀ ਤੇ ਜਿਹੜਾ ਦਾਰਾ ਸ਼ਿਕੋਹ ਸੀ ਔਰੰਗਜ਼ੇਬ ਦਾ ਪੁੱਤਰ ਇਹ ਜਿਹੜਾ ਸੀ ਜਦੋਂ ਸ਼ਾਹਜਹਾਨ ਬਿਮਾਰ ਪੈ ਗਿਆ ਇਹਨੇ ਨਾ ਫਿਰ ਬਿਮਾਰੀ ਦੇ ਕਾਰਨ ਇਹ ਇੱਕ ਵਾਰੀ ਫਿਰ ਹਰਿਮੰਦਰ ਸਾਹਿਬ ਵੀ ਆਉਂਦਾ ਹੈ। ਇਹਨੇ ਸ਼ੰਕਾ ਵੀ ਕੀਤੀ ਸੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਉਹ ਸ਼ਬਦ ਗਾਇਨ ਕਰ ਰਹੇ ਸੀ। ਰਾਗੀ ਸਿੰਘ ਮਹਾਰਾਜ ਦਾ ਉਹ ਲਫ਼ਜ਼ ਪਾਵਨ ਬਾਣੀ ਦੇ ਸ਼ਬਦ ਪੜ੍ਹ ਰਹੇ ਸੀ ਕਿ ਜਦੋਂ ਉਹ ਪਰਮੇਸ਼ਰ ਜਦੋਂ ਉਹ ਤਖਤਾ ਪੜ੍ਹਨ ਤੇ ਆਵੇ ਉਹ ਮਹਾਰਾਜ ਦੀ ਪਾਵਨ ਬਾਣੀ ਦੇ ਲਫ਼ਜ਼ ਸੀ ਉਹ ਸੁਲਤਾਨਾ ਘਾਹੋਂ ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਤੇ ਸ਼ਾਹਜਹਾਨ ਦੇ ਮਨ ਵਿੱਚ ਆਇਆ ਸੀ ਇਹ ਕਿਵੇਂ ਹੋ ਸਕਦਾ ਵੀ ਮੈਂ ਅੱਜ ਮੌਕੇ ਦਾ ਬਾਦਸ਼ਾਹ ਦਿੱਲੀ ਤਖਤ ਦਾ, ਇਹ ਕਿਵੇਂ ਹੋ ਸਕਦਾ ਕਿ ਇੱਕ ਰਾਜਾ ਹੋਵੇ ਤੇ ਉਹਦਾ ਤਖਤਾ 1 ਸੈਕਿੰਡ ਵਿੱਚ ਬਦਲ ਜਾਵੇ ਕਿ ਉਹ ਜਿਹੜਾ ਉਹ ਰਾਜ ਤਖਤ ਤੋਂ ਕਿਤੇ ਉਹਨੂੰ ਮੰਗਿਆ ਭੀਖ ਵੀ ਨਾ ਮਿਲੇ ਤੇ ਮੂੰਹ ਵਿੱਚ ਘਾਹ ਖਾਣ ਨੂੰ ਮਿਲ ਜਾਏ। ਇਸ ਪਾਵਨ ਬਾਣੀ ਦੇ ਲਫ਼ਜ਼ ਦੇ ਸ਼ਾਹਜਹਾਨ ਨੇ ਸ਼ੰਕਾ ਕੀਤੀ। ਇਹ ਹਰਿਮੰਦਰ ਸਾਹਿਬ ਆਇਆ ਹੋਇਆ ਸੀ। ਕਹਿੰਦੇ ਨਾ ਇੱਧਰ ਔਰੰਗਜ਼ੇਬ ਨੇ ਆਪਣੇ ਭਰਾ ਨੂੰ ਨਾਲ ਲਿਆ ਜਿਹੜਾ ਗੁਜਰਾਤ ਵਾਲਾ ਇਹਦਾ ਭਰਾ ਸੀ ਉਹਦਾ ਨਾਮ ਇੱਥੋਂ ਵਿਸਰ ਗਿਆ। ਇਹਨੇ ਨਾ ਆਪਣੇ ਭਰਾ ਨਾਲ ਮਿਲ ਕੇ ਉਹ ਕਹਿਣ ਲੱਗਿਆ ਜਿਹੜਾ ਦਾਰਾ ਸ਼ਿਕੋਹ ਹੈ ਦਾਰਾ ਸ਼ਿਕੋਹ ਬੜੀ ਚੰਗੀ ਨੀਤੀ ਦਾ ਬੰਦਾ ਸੀ। ਕਹਿੰਦਾ ਦਾਰੇ ਸ਼ਿਕੋਹ ਵਰਗਾ ਬਗਾਵਤੀ ਬੰਦਾ ਮਾੜਾ ਬੰਦਾ ਕੋਈ ਨਹੀਂ। ਵੇਖ ਉਹਨੇ ਪਿਤਾ ਦੇ ਕੋਲ ਆਪਣਾ ਸਾਰਾ ਰਾਜ ਭਾਗ ਉਹ ਸਾਂਭੀ ਜਾਂਦਾ ਹੈ। ਜੇ ਕਿਤੇ ਪਿਤਾ ਬਿਮਾਰ ਹੋ ਗਏ ਅਚਾਨਕ ਉਹਦੀ ਮੌਤ ਹੋ ਗਈ ਨਾ ਦੇਖੀ ਰਾਜ ਗੱਦੀ ਤੇ ਉਹ ਦਾਰਾ ਸ਼ਿਕੋਹ ਨੂੰ ਬਣਾਉਣਾ ਚਾਹੁੰਦਾ ਹੈ। ਪਰ ਔਰੰਗਜ਼ੇਬ ਦੀ ਨੀਤੀ ਵਿੱਚ ਬਹੁਤ ਮਾੜੀ ਸੀ ਉਹਦੀ। ਕਹਿਣ ਲੱਗਿਆ ਕੁਛ ਵੀ ਕਰਨਾ ਪੈ ਜੇ ਦਾਰਾ ਸ਼ਿਕੋਹ ਦਿੱਲੀ ਦਾ ਬਾਦਸ਼ਾਹ ਨਹੀਂ ਬਣਨਾ ਚਾਹੀਦਾ। ਕਹਿੰਦੇ ਨਾ ਇਹਨੇ ਆਪਣੇ ਭਰਾ ਨੂੰ ਨਾਲ ਲੈ ਕੇ ਬਹੁਤ ਭਾਵੇਂ ਉਹ ਚੰਗਾ ਨੀਤੀਵਾਨ ਸੀ ਯੁੱਧ ਨੀਤੀ ਦਾ ਸੂਰਮਾ ਬੜਾ ਸੀ ਪਰ ਕਹਿੰਦੇ ਉਹਨੇ ਔਰੰਗਜ਼ੇਬ ਦੀਆਂ ਗੱਲਾਂ ਵਿੱਚ ਆ ਕੇ ਜਿਹੜਾ ਸੀ ਉਹਦੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਤੇ ਦੱਖਣ ਦੀ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ। ਆਖਰਕਾਰ ਦਾਰਾ ਸ਼ਿਕੋਹ ਹਾਰ ਗਿਆ ਸੀ। ਦਾਰਾ ਸ਼ਿਕੋਹ ਨੂੰ ਕੈਦ ਕਰ ਲਿਆ। ਇਹਨੇ ਆਪਣੇ 3 ਭਾਈਆਂ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ। ਪਹਿਲਾਂ ਕੈਦੀ ਬਣਾਏ ਉਹਨਾਂ ਨੂੰ ਕੈਦ ਵਿੱਚ ਕਰ ਲਿਆ। ਫਿਰ ਇਹਦਾ ਜਿਹੜਾ ਪਿਤਾ ਗਿਆ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਥੋੜੇ ਸਮੇਂ ਵਿੱਚ ਆਪਾਂ ਸਮਾਪਤੀ ਕਰ ਦਿਆਂਗੇ। ਇਹਦਾ ਸ਼ਾਹਜਹਾਨ ਪਿਤਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਵਾਪਸ ਆਉਂਦਾ ਹੈ। ਦਾਰਾ ਸ਼ਿਕੋਹ ਨੂੰ ਵੀ ਕੈਦੀ ਕਰ ਲਿਆ। ਇਹਨੇ ਆਪਣੇ 3 ਭਰਾਵਾਂ ਨੂੰ ਕੈਦੀ ਕਰ ਲਿਆ। ਔਰੰਗਜ਼ੇਬ ਨੇ ਹੁਕਮ ਦੇ ਦਿੱਤਾ ਕਹਿਣ ਲੱਗੇ ਮੇਰੇ ਪਿਤਾ ਨੂੰ ਉੱਥੋਂ ਹੀ ਬੰਦੀ ਬਣਾ ਲਓ ਜਿੱਥੋਂ ਆਉਂਦਾ ਹੈ। ਉਹਨਾਂ ਦੇ ਮਗਰ ਸਿਪਾਹੀ ਭੇਜੇ ਉਹਨੂੰ ਆਪਣੀ ਹਿਰਾਸਤ ਵਿੱਚ ਲੈ ਲਈਏ ਕਿ ਉਹ ਕਿਤੇ ਦਾਰਾ ਸ਼ਿਕੋਹ ਨੂੰ ਦਿੱਲੀ ਦਾ ਬਾਦਸ਼ਾਹ ਨਾ ਥੱਪ ਦੇਵੇ।
उत्थे हदायत दिती कि मेरे पिता नूं रस्ते विच किसी ने प्याला पानी का नहीं छकाउणा, उन्होंने भुखे जिन्ना भी तसीहा दिता जाता है दिल्ली तक आउंदियां आउंदियां दे दो। सिपाहियां नूं हुक्म दिते ते इधर शाहजहां नूं जेड़े उहदे रखवाले सिपाही बन के आए सी उन्होंने शाहजहां नूं कैद विच ले लिया। हुण जदों तुरिया आउंदा ना रस्ते विच कहंदे कुछ खाण नूं ना दिता, प्याली पानी दी नहीं सी दिती। 8 साल उदों बाद जेल विच भी रखिया, जेल दे विच तड़फ तड़फ के औरंगजेब दा पिता मरिया सी। शाहजहां नूं पानी भी किते तक नहीं दिता, जेड़ा पानी दी प्याली देगा उहदा बच्चा बच्चा कोलू विच पीड़ दिता जाएगा, ये औरंगजेब ने ऐलान कर दिता। ते हुण कहंदे ना रस्ते विच बहुत तेज भुख लगी शाहजहां नूं, कहंदे उहनूं बंदी बनाया होया ते कहंदे ਉਹਦੇ बंदी बना के फिर ਉਹਨੂੰ ਤੋਰ के ले जा रहे ने। एक प्यास एक त्रे ते ਜਿਹੜੀ ਇਹ प्यास ते भुख फरीदा मौतों भुख बरी, मौत तो भी बुरी है भुख। साध संगत जी होया कि औरंगजेब ने ऐलान किया है ते इधरों ना फिर जदों ऐलान कर दिता कैदी बना के लिया रहे ने शाहजहां नूं। शाहजहां कहंदे उन्हें सिपाहियां नूं कीता इशारा किया, कमाद वेख्या कि कुछ कमाद चूप लवांगा। कहंदे उन्हें अपनी शरीर की क्रिया में सुध नहीं है, ये बहाना ला के कहंदे मैनूं कमाद विच जाण दिता जावे। जदों शाहजहां कमाद विच गया ना उत्थे की वेखदा है, उसे वो कमाद दे विच छोलिया लग्या होया, छोले बीजे हुए ने। वो छोलियां दियां कहंदे उहदे उत्ते लगियां होईयां डाटां जिहड़ियां आपां कह दिंदे आ, टाटां उहदे उत्ते लगियां। उहनूं वेख के मन विच आया मन्ना होर ते कुछ नहीं है, अज आ टाटां ही खाण नूं मिल जाण। कहंदे ना औरंगजेब दे पिता दे पिछों हत्थ बन्ने होए गोडनियां भार हो के वो कमाद विचों शाहजहां ना कहंदे जदों ना इदां मूँह दे नाल छोलीए दियां टाटां तोड़ के मूँह विच पाउण लग्या ना, मूँह विच घाह आ गया। कहंदे जदों घाह आ गया ना मूँह विच फिर याद आ गया पाबन बाणी दा लफज। कहंदे भी सच है बाणी वो सुल्तान तो घाह खवा सकती है। पाबन बाणी दे लफज सच ने, वो बाणी बाहो बाहो निरंकार है ते ओ अकाली बाणी सच्ची बाणी ते ओ बाणी दे लफज याद आ गए। परमात्मा तेरी खेड़ सब तो अनोखी है, तू अज दिल्ली दे बादशाह नूं अखी प्रतख करके विखाता कि सुल्तान भी घाह खांदे वेखे ने। इत्थों तुरिया जदों दिल्ली आया ना, दिल्ली फिर अपने पिता दियां बाहां बन के औरंगजेब ने गली गली दे विच कहंदे इनू फेरा दिओ, इहदियां बाहां बन के दिल्ली दी धरती ते गली गली विच फेरो ते हाँ किसी नूं कहो जे कोई पानी दा प्याला भी ना देवे, पानी दा प्याला तक नहीं देना कि अगां तो कोई औरंगजेब दे खिलाफ बगावत ना खड़ी कर सके। ते कहंदे ना जदों दिल्ली दियां धरती ते फिरदा है ना औरंगजेब दा प्यो, कहंदे अज कहंदे एक माई ना जिहड़ी शाहजहां दे दरबार विच नित आउंदी सी, वो जदों आउंदी वो नित उहनूं शाहजहां खुश करके तोरदा, जो हुंदा उहनूं दे के तोर दिंदा। अज कहंदे वो माई दे बूहे मूहरे आ गया शाहजहां। जदों ओहदे बूहे मूहरे आया ना, बूहे मूहरे आके शाहजहां कहंदा है आ वेख माई किते मैं बादशाह सां, तैनू अपने दरबार विचों कदे खाली नहीं सी मोड़िया, अज किरपा कर जे पानी दा प्याला जे कोई अद्धा टुकड़ भी तेरे घर विच बेहा पिया है किरपा कर मैनू अद्धा टुकड़ रोटी दा दे दे। शाहजहां कहंदा है ओ माई कहंदी है शाहजहां तू कल दा बादशाह सी, अज दा बादशाह नहीं है, अज दा बादशाह तेरा औरंगजेब पुत्र है, अज उहदा हुक्म चलेगा। अज तू बादशाह नहीं, तू बादशाह सी, मैं तेरे दर ते आउंदी सी, अज तू बादशाह मेरे दर ते खड़ा है, पर तेरे पुत्र दा हुक्म है तैनू प्याली पानी दी भी नहीं दे सकदी। उस वेले फिर अपने शाहजहां प्यो नूं ते प्यारो ये जेड़े आ ना अज तख्तां दे जेड़ा बंदा कई बारी मान विच आ जाए ना, ते औरंगजेब ने अपने प्यो नूं
8 ਸਾਲ ਜੇਲ੍ਹ ਵਿੱਚ ਰੱਖਿਆ। ਫਿਰ ਦਾਰਾ ਸ਼ਿਕੋਹ ਨੂੰ ਜੇਲ੍ਹ ਵਿੱਚ ਰੱਖਿਆ ਤੇ ਇਹਨੇ ਜਿਹੜਾ ਆਲਮਗੀਰ ਆਪਣਾ ਨਾਮ ਬਦਲ ਕੇ ਆਲਮਗੀਰ ਰੱਖਿਆ। ਫਿਰ ਕੁਝ ਸਮਾਂ ਇਹਨੇ ਜਿਹੜਾ ਹੈ ਗਵਾਲੀਅਰ ਦੇ ਕਿਲੇ ਵਿੱਚ ਵੀ ਗਵਾਲੀਅਰ ਰੱਖਿਆ। ਫਿਰ ਇਹਨੇ ਦਿੱਲੀ ਦੀ ਧਰਤੀ ਤੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਮਰਵਾਇਆ, ਕਤਲ ਕਰਵਾਇਆ। ਤਿੰਨੇ ਭਰਾ ਮਾਰ ਦਿੱਤੇ। ਆਪਣਾ ਪਿਤਾ ਇਹਨੇ ਜਿਹੜਾ ਸੀ, ਪਿਤਾ ਨੇ ਚਿੱਠੀ ਵੀ ਲਿਖੀ ਸੀ ਆਪਣੇ ਪੁੱਤਰ ਨੂੰ, ਔਰੰਗਜ਼ੇਬ ਨੂੰ ਜੇਲ੍ਹ ਵਿੱਚ। ਕਹਿੰਦੇ ਉਹ ਚਿੱਠੀ ਦਾ ਜਵਾਬ ਇਹਨੇ ਦਿੱਤਾ। ਉਹ ਕਹਿੰਦੇ ਜਿਹੜੀ ਕਹਿੰਦੇ ਉਹ ਤੂੰ ਕਾਹਦਾ ਬਾਦਸ਼ਾਹ, ਉਹ ਤੇਰੇ ਨਾਲੋਂ ਹਿੰਦੂ ਚੰਗੇ ਨੇ ਜਿਹੜੇ ਨਿੱਤ ਸਵੇਰ ਹੁੰਦਿਆਂ ਕਹਿੰਦੇ ਉਹ ਜਾ ਕੇ ਨਾ ਪਾਣੀ ਦਿੰਦੇ ਨੇ ਨਾ ਸੂਰਜ ਨੂੰ। ਉਹਨਾਂ ਦੀ ਪਿੱਛੇ ਉਹਨਾਂ ਦੀ ਭਾਵਨਾ ਕੀ ਛੁਪੀ ਹੋਈ ਹੈ। ਹੁਣ ਉਹ ਪਾਣੀ ਦਿੰਦੇ ਨੇ ਕਿ ਸਾਡੇ ਪਿੱਤਰ ਜਿਹੜੇ ਨੇ ਉਹਨਾਂ ਨੂੰ ਪਾਣੀ ਦੇ ਦੇਵੇ। ਧਰਮ ਰਾਜੇ ਦਾ ਜਿਹੜਾ ਸੂਰਜ ਜਿਹੜਾ ਉਹ ਧਰਮ ਰਾਜੇ ਦਾ ਪਿਤਾ ਹੈ। ਰੱਬ ਕੇ ਸੁੱਤ ਕੋ ਬਾਣੀ ਨੇ ਪਾਵਨ ਬਾਣੀ ਵਿੱਚ ਲਫ਼ਜ਼ ਆਏ ਨੇ। ਕਹਿੰਦੇ ਉਹ ਕਹੇਗਾ ਕਿ ਸਾਡੇ ਪਿੱਤਰਾਂ ਨੂੰ ਪਾਣੀ ਮਿਲਦਾ ਰਵੇ। ਕਹਿੰਦੇ ਉਹ ਮਰਿਆਂ ਨੂੰ ਵੀ ਪਾਣੀ ਦੀ ਪਿਆਸ ਕਹਿੰਦੇ ਆ ਕਿਤੇ ਲੱਗ ਨਾ ਜਾਵੇ। ਉਹ ਮਰਿਆਂ ਨੂੰ ਪਾਣੀ ਦਿੰਦੇ ਪਏ ਨੇ। ਔਰੰਗਜ਼ੇਬ ਤੇਰਾ ਪਿਤਾ ਤਾਂ ਦੇ ਜਿਉਂਦਾ ਜਾਗਦਾ, ਤੂੰ ਪਾਣੀ ਦੀ ਪਿਆਲੀ ਨਹੀਂ ਦੇ ਸਕਦਾ। 8 ਸਾਲ ਪਿਆਸਾ ਭੁੱਖਾ ਬਹੁਤ ਸੱਦਦ ਕਰਕੇ ਉਹਨੇ ਆਪਣੇ ਪਿਓ ਨੂੰ ਮਾਰਿਆ, ਆਪਣੇ ਭਰਾ ਨੂੰ ਕਤਲ ਕੀਤਾ ਔਰੰਗਜ਼ੇਬ ਨੇ। ਇਹ ਨੀਤੀ ਕਰਕੇ ਉਹਦੇ ਆਪਣੇ ਵੀ ਜਿਹੜੇ ਸੀ ਨਾ ਉਹਨਾਂ ਨੇ ਵੀ ਜਿਹੜਾ ਔਰੰਗਜ਼ੇਬ ਦਾ ਵਿਰੋਧ ਕੀਤਾ ਸੀ ਤੇ ਉਹ ਉਹਨਾਂ ਦਾ ਵਿਰੋਧ ਕੀਤਾ। ਫਿਰ ਔਰੰਗਜ਼ੇਬ ਨੇ ਨੀਤੀ ਕੀ ਸੋਚੀ ਕਿ ਮੈਂ ਆਪਣਿਆਂ ਵਿੱਚ ਇਸਲਾਮ ਧਰਮ ਦੇ ਵਿੱਚ ਆਪਣਾ ਜਿਹੜਾ ਹੈ ਨਾ ਸਤਿਕਾਰ ਬਹਾਲ ਕਿਵੇਂ ਕਰਾਂ, ਕਿਉਂਕਿ ਸਾਰੇ ਖਿਲਾਫ ਹੋ ਗਏ ਸੀ ਔਰੰਗਜ਼ੇਬ ਦੇ। ਔਰੰਗਜ਼ੇਬ ਨੇ ਸੋਚਿਆ ਕਿ ਹੁਣ ਜਿਹੜਾ ਸੀ ਨਾ ਇਹ ਨੀਤੀ ਸੋਚ ਲਈ ਸੀ ਉਹਨੇ ਵੀ ਕਿ ਸਭ ਤੋਂ ਪਹਿਲਾਂ ਤਾਂ ਟੈਕਸ ਲਾਵਾਂ। ਜਿਹੜਾ ਕਿਸੇ ਅਕਬਰ ਦੇ ਵੇਲੇ ਹਿੰਦੂਆਂ ਨੂੰ ਟੈਕਸ ਦੇਣਾ ਪੈਂਦਾ ਸੀ ਜਿਉਣ ਵਾਸਤੇ, ਅਕਬਰ ਦੇ ਵੇਲੇ ਤੋਂ ਅਕਬਰ ਨੇ ਉਹ ਮਾਫ ਕਰ ਦਿੱਤਾ ਸੀ ਹਿੰਦੂਆਂ ਨੂੰ ਕਿ ਚਲੋ ਕੋਈ ਗੱਲ ਨਹੀਂ, ਕਿਉਂਕਿ ਉਹਦੇ ਵਿੱਚ ਅਕਬਰ ਦੇ ਵਿੱਚ ਕੋਈ ਨਾ ਕੋਈ ਉਹਨਾਂ ਦਾ ਸਮਝੌਤਾ ਹੋਇਆ। ਚਲੋ ਉਹਨੇ ਇਹ ਹਿੰਦੂਆਂ ਨੂੰ ਇੱਥੇ ਰਹਿਣ ਵਾਸਤੇ ਉਹ ਟੈਕਸ ਮਾਫ ਕੀਤਾ। ਔਰੰਗਜ਼ੇਬ ਨੇ ਉਹ ਟੈਕਸ ਦੁਬਾਰੇ ਲਿਆ ਕੇ ਨਾ ਫਿਰ ਜਿਹੜਾ ਹਿੰਦੂਆਂ ਉੱਤੇ ਮੜ ਦਿੱਤਾ ਕਿ ਹਿੰਦੂ ਇੱਥੇ ਤਾਂ ਰਹਿ ਸਕਦਾ ਜੇ ਆ ਟੈਕਸ ਦੇਵੇਗਾ। ਤੇ ਸਾਧ ਸੰਗਤ ਜੀ ਕਿਤੇ ਔਰੰਗਜ਼ੇਬ ਦੇ ਨਾਲ ਅੱਜ ਦੇ ਹਾਕਮ ਦਾ ਇਤਿਹਾਸ ਮਿਲਾ ਕੇ ਦੇਖੋ ਕੋਈ ਬਹੁਤਾ ਫਰਕ ਨਹੀਂ ਹੈ। ਅੱਜ ਦਾ ਹਾਕਮ ਵੀ ਦਿੱਲੀ ਦੀ ਧਰਤੀ ਤੇ ਉਹੀ ਕਰ ਰਿਹਾ। ਅੱਜ ਦੇ ਹਾਕਮ ਦਾ ਤੇ ਔਰੰਗਜ਼ੇਬ ਨੇ ਉਹਨੇ ਫਿਰ ਨਾ ਮੁਸਲਮਾਨਾਂ ਨੂੰ ਆਪਣਾ ਧਰਮ ਜਿਹੜਾ ਸੀ ਵਾਧਾ ਕਰਨ ਵਾਸਤੇ ਜ਼ੋਰ ਜ਼ੁਲਮ ਦੇ ਨਾਲ ਇੰਨਾ ਹੱਦੋਂ ਵੱਧ ਟੈਕਸ ਪਾ ਦਿੱਤਾ। ਅੱਜ ਕਿੰਨੇ ਟੈਕਸ ਭਰਦਾ ਹੈ ਹਰ ਬੰਦਾ। ਸਵੇਰੇ ਉੱਠਣ ਸਾਰ ਜਦੋਂ ਕਿਤੇ ਚਾਹ ਦੀ ਪਿਆਲੀ ਅੰਦਰ ਜਾਂਦੀ ਹੈ ਉਹ 'ਤੇ ਟੈਕਸ ਭਰਦਾ ਪਿਆ ਬੰਦਾ, ਹਰ ਇੱਕ ਚੀਜ਼ 'ਤੇ ਟੈਕਸ ਭਰਦਾ ਪਿਆ ਅੱਜ। ਤੇ ਇੰਨੇ ਟੈਕਸ ਸ਼ੁਰੂ ਕਰ ਦਿੱਤੇ ਕਿ ਜਿਹੜੇ ਹਿੰਦੂ ਸੀ ਉਹ ਮੱਲੋ ਜੋਰੀ ਜਿਹੜੇ ਮੁਸਲਮਾਨ ਧਰਮ ਵਿੱਚ ਉਹ ਤਬਦੀਲ ਹੁੰਦੇ ਗਏ। ਮੈਂ ਸੰਖੇਪ ਰੂਪ ਵਿੱਚ ਆਪ ਜੀ ਦੇ ਨਾਲ ਬੇਨਤੀ ਕਰ ਰਿਹਾ। ਇੱਥੋਂ ਫਿਰ ਇਹਨੇ ਨੀਤੀ ਅਪਣਾਈ। ਆਪਣੀ ਭੈਣ ਨੂੰ ਵੀ ਚਿੱਠੀ, 2 ਪੁੱਤਰੀਆਂ ਵੀ ਸਨ, ਭੈਣਾਂ ਵੀ ਸਨ ਔਰੰਗਜ਼ੇਬ ਦੀਆਂ, ਉਹਨਾਂ ਨੂੰ ਵੀ ਇਹਨੇ ਕਤਲ ਕਰਵਾ ਦਿੱਤਾ ਸੀ। ਆਪਣੇ ਭਾਣਜਿਆਂ ਤੱਕ ਇਹਨੇ ਕਤਲ ਕਰਵਾ ਦਿੱਤਾ ਸੀ। ਆਪਣੇ ਭਤੀਜਿਆਂ ਨੂੰ ਇਹਨੇ ਨਹੀਂ ਸੀ ਛੱਡਿਆ। ਸਾਧ ਸੰਗਤ ਜੀ ਦਿੱਲੀ ਦੀ ਤਖਤ ਤੇ ਬੈਠ ਕੇ ਫਿਰ ਇਹਨੇ ਇੰਨਾ ਅੰਨ੍ਹੇਵਾਹ ਜ਼ੋਰ ਜ਼ੁਲਮ ਕੀਤਾ। 1.25 ਮਣ ਜੰਜੂ ਲਾ ਕੇ ਪ੍ਰਸ਼ਾਦਾ ਔਰੰਗਜ਼ੇਬ ਛਕਣ ਲੱਗਿਆ। 1.25 ਮਣ ਜੰਜੂ ਲਾਉਂਦਾ ਸੀ। ਇੱਥੋਂ ਇਹਨੇ ਆਹ ਨੀਤੀ ਅਪਣਾ ਲਈ ਕਿ ਜਿੰਨਾ ਹੋ ਸਕਦਾ ਜਿਹੜੇ ਹੋਰ ਧਰਮਾਂ ਵਾਲੇ ਨੇ ਉਹਨਾਂ ਨੂੰ ਟੈਕਸ ਤੇ ਟੈਕਸ ਲਾ ਦਿਓ ਕਿ ਉਹ ਮੱਲੋ ਜੋਰੀ ਜਿਹੜਾ ਹੈ ਇਹ ਸਾਰਾ ਕੁਝ ਧਰਮ ਵਿੱਚ ਤਬਦੀਲ ਹੋ ਜਾਣ। ਹੁਣ ਸਾਧ ਸੰਗਤ ਜੀ ਉਸ ਵੇਲੇ ਫਿਰ ਹੁਣ ਧਰਤੀ ਤੇ ਕੋਈ ਸਹਾਰਾ ਨਹੀਂ ਸੀ। ਧਰਤੀ ਦਾ ਕੋਈ ਸਹਾਰਾ ਨਾ ਹੋਣ ਕਰਕੇ ਜਿਵੇਂ ਅੱਜ ਫਿਰ ਉੱਠਿਆ ਨਾ ਪੰਜਾਬ ਜੀ, ਉਵੇਂ ਫਿਰ ਇਹਨਾਂ ਨੂੰ ਕਿਸੇ ਨੇ ਦੱਸਿਆ। ਉਹ ਕਹਿੰਦੇ ਜੇ ਤੁਸੀਂ ਆਪਣਾ ਹੱਕ ਲੈਣਾ ਹੈ ਨਾ ਤਾਂ ਫਿਰ ਜਦੋਂ ਇਹਨਾਂ ਨੇ ਹਮਲਾ ਕੀਤਾ ਕਿ ਕਸ਼ਮੀਰ ਦੀ ਧਰਤੀ ਜਿਹੜੀ ਹੈ ਵੱਡੇ ਵੱਡੇ ਸਥਾਨ ਜਿਹੜੇ ਹਿੰਦੂਆਂ ਦੇ ਸੀ ਉੱਥੇ ਜਾ ਕੇ ਜ਼ੁਲਮ ਕਰੋ। ਮੰਦਰ ਢਾਹ ਕੇ ਮਸੀਤਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਮਲਾਣਿਆਂ ਨੂੰ ਇਹ ਖੁੱਲ੍ਹ ਕੇ ਪੈਸਾ ਦਿੰਦਾ ਹੈ ਤੇ ਹਿੰਦੂਆਂ ਨੂੰ ਔਰੰਗਜ਼ੇਬ ਟੈਕਸ ਲਾਉਂਦਾ ਹੈ। ਤੇ ਅੱਜ ਉਹ ਔਰੰਗਜ਼ੇਬ ਦੀ ਰੂਹ ਜਿਹੜੇ ਦਿੱਲੀ ਦੇ ਤਖਤ ਤੇ ਬੈਠੀ ਹੈ। ਤੇ ਸਾਧ ਸੰਗਤ ਜੀ ਸਮਾਂ ਬਹੁਤਾ ਨਹੀਂ ਪੈਂਦਾ,
पता कोई नहीं। महाराज कहते भाई वो रब दे घर दीयां खेडां दा कोई पता नहीं। किते समा आ जाता है, महाराज दी बामण बाणी कहती सुल्ताना काहों कराएंदा, दर मंगण भिख ना पाएंदा। ओ कदे मंगिया भीख ना मिलदी, तख्तां दे राजां नूं मंगिया भीख ना मिलदी, तख्तां दे राजां नूं कदे मंगिया भीख ना मिलदी, तख्तां दे राजां नूं। साध संगत जी फिर गुरु साहब जियां ने आनंदपुर साहब की धरती ते सारे हिंदू इकट्ठे होके आ गए। कश्मीर के पंडित कृपा राम वर्गे वो आए, आके पुकारां कीतियां। फिर गुरु तेग बहादुर महाराज जी गए चांदनी चौक दिल्ली दे विच शहीद होने वास्ते। किते अज वो किसान वीर जेडे बैठे ने दिल्ली की धरती ते, वो पोधा महीना आउंदा सी ते सभा दे उत्ते चमकौर साहब की धरती ते बड़े साहबजादियां दे चरनां विच, किते सरहंद दी धरती ते छोटे साहबजादियां दे चरनां विच मात गुजर कौर दी गोद विच बैठ के आप पोधा महीना गुजारदे सी। अज वो किसान कहंदे कोई गल नहीं, अज गुरु तेग बहादुर महाराज जियां दी गोद विच बैठ के ये समा गुजार लवांगे, पर हाकमा असी हक ले बिना नहीं मुड़ना। वेखी आ दिल्ली की धरती तो हक अपने लैके जावांगे। भावें अज बहुत नीतियां जेड़ियां ने बदनाम करन वास्ते उन्होंने लगियां हुई ने अंदोलन नूं। आओ 5 मिनटां दा समा होर लेना, वो कविता के रूप दे विच आप जियां दे नाल वो लेना साझियां करांगे, फिर आपां समाप्ति करके अरदास बेनती भी शामिल होवांगे। वो किसान अज जेड़े ने बैठे ने, गुरु तेग बहादुर महाराज कृपा करो रहमत करो। किसी वेले आ जड़ियां लासानी शहादतां इस तरह होंदियां सी। महाराज जदों जदों भी ये भीड़ां होंदियां कौम ते, सतगुरु सच्चे पातशाह महाराज तेरे जोधे जाते रहे ने आ दिल्ली नूं दसन वास्ते। आओ प्यारो किसान वीरां दे प्रथाए को कविता लिखी है बड़ी सुंदर वीर ने। आओ ओदियां कुछ लैना सदरां ने, फिर आपां कह के समाप्ति करांगे। सारे कृपा करियो जी, बड़े प्यार विच बैठ के आशीष बख्शिश करो। बनदा जो हक दिलिए ओ लैके रहना नी, बागी चाहे अतवादी कहला जो तू कहना नी। बनदा जो हक दिलिए ओ लैके रहना नी, बागी चाहे अतवादी कहला जो तू कहना नी। बनदा जो हक दिलिए ओ लैके रहना नी, बागी चाहे अतवादी कहला जो तू कहना। बागी चाहे अतवादी कहला जो तू कहना नी। किन्नी वारी पहला असी नप्पी तेरी धौण नी, पुछ लाल किले नूं बघेल सिंह कौन नी। किन्नी वारी पहला तेरी नप्पी तेरी धौण नी, पुछ लाल किले नूं बघेल सिंह कौन नी। खून दियां होलियां नी हुण तक खेडियां, करना तू साडे वल नजरानी टेडियां। खून दियां होलियां नी हुण तक खेडियां, करना नी साडे वल नजरानी टेडियां। लाया मत्था साडे नाल बड़ा महंगा पैना नी,
बागी चाहे अतवादी कहला जो तू कहना नी, बागी चाहे अतवादी कहला जो तू कहना नी, बागी चाहे अतवादी कहला जो तू कहना नी। जे ना मारू नीतियां नी पिछे अज मोड़ियां, उठना खड़ोने इथों सिंगां दियां जोड़ियां। जे ना मारू नीतियां नी पिछे अज मोड़ियां, उठना खलोने इथों सिंगां दियां जोड़ियां। रखी ना भुलेखा आदि नशे दे जवान नी, लखां ही जवानी वाले उठने तूफान नी। रखी ना भुलेखा आदि नशे दे जवान नी, लखां ही जवानी वाले उठने तूफान नी। जोधियां दी रात दा नी रंग कदे लेना नी, बागी चाहे अतवादी कहला जो तू कहना नी, बागी चाहे अतवादी कहला जो तू कहना नी, बागी चाहे अतवादी कहला जो तू कहना नी। हक्कां दे लई जूझदे आ मंगदे ना भीख नी, जालमां नूं माफ कर दी ना तवारीख नी। हक्कां दे लई जूझदे आ मंगदे ना भीख नी, जालमां नूं माफ कर दी ना तवारीख नी। राज दे नशे च जदों बहनी है तू अड़ के, काफले दरेरां दे नहीं आउंदे फिर चढ़ के। राज दे नशे च जदों बहनी है तू अड़ के, काफले दलेरां दे नहीं आउंदे फिर चढ़ के। अणखी किसाना तेरे पैरां विच बहना नी, अणखी किसाना तेरे पैरां विच बहना नी। बागी चाहे अतवादी कहला जो तू कहना नी, बागी चाहे अतवादी कहला जो तू कहना नी, बागी चाहे अतवादी कहला जो तू कहना नी। सिंगा सरदारा करके ही तेरा रोग नी, होना सी कदों दा तेरा पाया होना भोग नी। सिंगा सरदारा करके ही तेरा रोग नी, हुण नूं कदों दा तेरा पाया होना भोग नी। बाज वांगू तेरे ते गुआंढियां दी अख नी, जे ना सरदार पाउण बाडरां ते धक नी। बाज वांगू तेरे ते गुआंढियां दी अख नी, जे ना सरदार पाउण बाडरां ते धक नी। अकिरत कणे नी फेर तेरा कख रहना नी, बागी चाहे अतवादी कहला जो तू कहना नी, बागी चाहे अतवादी कहला जो तू कहना नी। बनदा जो हक दिलिए ओ लेके रहना नी, बागी चाहे अतवादी कहला जो तू कहना नी, बागी चाहे अतवादी कहला जो तू कहना नी। बनदा जो हक दिलिए ओ लेके रहना नी, बागी चाहे अतवादी कहला जो तू कहना 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 नी। आओ जी सतगुरु रहमत करे किरपा करे उन्हां नूं चढ़दी कला बख्शिश करन। सतगुरु सच्चे पातशाह जिहड़े किसान कई दिनां तो लै करके अपने घरबार छड्ड के जिहड़ा है वो किसानी संघर्ष दे विच योगदान पा रहे ने। होर भी बड़ियां संगतां महापुरखों वालों भी योगदान पाया गया है। सतगुरु किरपा करे रहमत करे। जिहड़े किसान धरने ते गए हुए ने वो भाई संतोख सिंह जी होरां वालों पोस्ट पाई गई सी महापुरखों वालों कि जिहड़े किसान वीर गए ने जे कोई काम काज रहिंदा है कणक बीजण वाली तो वह महापुरखों वालों भी बहुत बड़ा इस संघर्ष में योगदान पाया गया है। अज भी
ਤੀਜਾ ਜਥਾ ਜਿਹੜਾ ਨਗਰ ਸੇਖੂ ਤੋਂ ਤੁਰਿਆ। ਹਰ ਥਾਂ ਤੋਂ ਜਿਹੜਾ ਜਥਿਆਂ ਦੇ ਰੂਪ ਦੇ ਵਿੱਚ ਸੰਗਤਾਂ ਉੱਥੇ ਜਾ ਰਹੀਆਂ ਨੇ, ਆਪਾਂ ਸਾਰੇ ਸੋਸ਼ਲ ਮੀਡੀਆ 'ਤੇ ਵੇਖ ਰਹੇ ਹਾਂ। ਆਓ ਅਰਦਾਸ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹਨਾਂ ਦੋਖੀਆਂ ਦਾ ਨਾਸ਼ ਕਰੋ। ਸਤਿਗੁਰੂ ਮਾੜੀ ਮੱਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜਾ ਗੁਰਮਤਿ ਦਾ ਉਹਨਾਂ ਦੇ ਉੱਤੇ ਕਿਤੇ ਭੈ ਆ ਜਾਵੇ, ਰੱਬ ਦਾ ਭੈ ਖਾ ਕਰਕੇ। ਜਿਹੜੇ ਕਿਸਾਨਾਂ ਨੇ ਅੱਜ ਆਪਣੇ ਘਰਾਂ ਦੇ ਵਿੱਚ ਕਿ ਚਲੋ ਨਰਮੇ ਦੀ ਵਾਢੀ ਹੋ ਗਈ, ਕਿ ਕਣਕਾਂ ਬੀਜ ਕੇ ਕੁਝ ਸਮਾਂ ਜਿਹੜਾ ਸੀ ਚਲੋ ਕਿ ਫਸਲਾਂ ਦੀ ਸਾਂਭ ਕਰਨੀ ਸੀ, ਉਹਨਾਂ ਕਿਸਾਨਾਂ ਨੂੰ ਅੱਜ ਜਿਹੜਾ ਸੜਕਾਂ 'ਤੇ ਬਹਿਣਾ ਪੈ ਰਿਹਾ। ਤੇ ਇਹ ਜਿਹੜੀਆਂ ਹਰ ਇੱਕ ਵਰਗ ਦੇ ਵਾਸਤੇ ਇਹ ਜੋ ਬਹੁਤ ਮਾੜੀ ਗੱਲ ਹੈ। ਤੇ ਆਓ ਭਾਈ ਸਾਰੇ ਉਹਨਾਂ ਦੇ ਵਾਸਤੇ ਰਲ ਕੇ ਚੜ੍ਹਦੀ ਕਲਾ ਦੀ ਅਰਦਾਸ ਨਿੱਤ ਕਰੀਏ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਜਿੰਨੀਆਂ ਵੀ ਸੰਗਤਾਂ ਪਹੁੰਚੇ ਮਹਾਂਪੁਰਖਾਂ ਦੇ ਸਥਾਨ ਵੱਲੋਂ ਜਿਉਂ ਆਇਆ ਆਖਿਆ ਜਾਂਦਾ ਹੈ, ਧੰਨਵਾਦ ਕੀਤਾ ਜਾਂਦਾ ਹੈ। ਮਹਾਂਪੁਰਖ ਸੰਤ ਬਾਬਾ ਲਾਭ ਸਿੰਘ ਜੀ ਸੱਚਖੰਡ ਵਾਸੀ, ਸੰਤ ਬਾਬਾ ਹਰੀ ਸਿੰਘ ਜੀ, ਉਹਨਾਂ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਉਦੋਂ ਪ੍ਰੇਰਨਾ ਸਦਕਾ ਸੰਤ ਬਾਬਾ ਪ੍ਰੇਮ ਸਿੰਘ ਜੀਆਂ ਦੇ ਮਹਾਂਪੁਰਖਾਂ ਦੇ ਇਸ ਸਥਾਨ 'ਤੇ ਹਾਜ਼ਰੀ ਭਰੀ ਹੈ। ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੀਆਂ ਸੰਗਤਾਂ ਹੁਣ ਆਨੰਦ ਸਾਹਿਬ ਜੀ ਦੇ ਪਾਠ ਵਿੱਚ ਰਲ ਕੇ ਹਾਜ਼ਰੀ ਲਵਾਓ। ਕੋਈ ਵੀ ਰਸਨਾ ਬਾਂਝੀ ਨਾ ਰਵੇ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ।